ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ, ਜਿੰਨੀ ਕੁ ਸੋਝੀ ਗੁਰਬਾਣੀ ਤੋਂ ਆ ਰਹੀ ਹੈ ਉਨੀ ਕੁ ਵਿਚਾਰ ਕਰਦੇ ਹਾਂ। ਉੱਚੇ ਤੇ ਉੱਚਾ ਭਗਵੰਤ ਹੈ। ਅੱਜ ਦਾ ਜੋ ਸਾਹਿਬ ਦਾ ਬਚਨ ਹੈ, ਜਿਸ ਦੀ ਵਿਚਾਰ ਆਪਾਂ ਕਰਾਂਗੇ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾ। ਇਹਨਾਂ ਬਚਨਾਂ ਵਿੱਚ ਇਹ ਮੇਰੇ ਮਨਾ ਵੇਖ ਪਾਤਸ਼ਾਹ ਕੀ ਕਹਿੰਦੇ ਹਨ ਕਿ ਜਿਨ੍ਹਾਂ ਨੇ ਸੁਣਿਆ ਭਾਵ ਉਪਦੇਸ਼ ਗੁਰਬਾਣੀ ਤੋਂ ਆਤਮਿਕ ਗਿਆਨ ਬਾਰੇ, ਉਹਨਾਂ ਨੇ ਮੰਨਿਆ ਵੀ ਹੈ ਤੇ ਮੰਨ ਕੇ ਉਸ ਗੱਲ ਦੇ ਉੱਪਰ ਭਰੋਸਾ ਵੀ ਕੀਤਾ, ਪ੍ਰੇਮ ਕੀਤਾ, ਉਸ ਉਪਦੇਸ਼ ਨੂੰ ਅੰਤਰਾਤਮੇ ਧਾਰਨ ਵੀ ਕੀਤਾ। ਔਰ ਮੰਨਿਆ ਵੀ ਇਸ ਤਰੀਕੇ ਦੇ ਨਾਲ ਹੈ ਕਿ ਹਰ ਵੇਲੇ ਖੇੜਾ ਰਹੇ, ਪ੍ਰਸੰਨਤਾ ਰਹੇ, ਜਿਸ ਨੂੰ ਪਾਤਸ਼ਾਹ ਕਹਿੰਦੇ ਆ ਨਾਨਕ ਭਗਤਾਂ ਸਦਾ ਵਿਗਾਸ। ਸੁਣਿਆ ਦੁੱਖ ਪਾਪ ਕਾ ਨਾਸ, ਪਿੱਛੇ ਬਚਨ ਆਏ ਸੀ, ਉਹਨਾਂ ਦੀ ਵਿਚਾਰ ਕੀਤੀ ਸੀ। ਕਈ ਵਾਰੀ ਹੇ ਮੇਰੇ ਮਨਾ, ਤੂੰ ਮਾਇਆ ਦੀ ਪੂਰਤੀ ਲਈ ਵੀ ਆਪਣੇ ਮਨ ਨੂੰ ਮਨਾ ਲੈਂਦਾ ਤੇ ਮਨ ਕਈ ਵਾਰੀ ਮੰਨ ਵੀ ਜਾਂਦਾ ਹੈ। ਉਧਰੋਂ ਮਨ ਦੀ ਇੱਛਾ ਮਾਇਆ ਦੀ ਇੰਨੀ ਦ੍ਰਿੜ ਹੋ ਜਾਂਦੀ ਹੈ, ਦੂਸਰੇ ਪਾਸਿਓਂ ਪਰਮੇਸ਼ਰ ਨੇ ਵੀ ਉਹ ਵਸਤੂ ਦੇਣੀ ਹੀ ਹੁੰਦੀ ਹੈ। ਇੱਧਰੋਂ ਮਨ ਦੀ ਇੱਛਾ ਹੋ ਜਾਂਦੀ ਹੈ, ਉਧਰੋਂ ਪਰਮੇਸ਼ਰ ਦੀ ਇੱਛਾ ਹੋ ਜਾਂਦੀ ਹੈ ਤੇ ਵਸਤੂ ਮਿਲ ਜਾਂਦੀ ਹੈ। ਤੇ ਮਨ ਇਹੀ ਇੱਕ ਬੜਾ ਵੱਡਾ ਭਰਮ ਪਾੜ ਲੈਂਦਾ ਕਿ ਮੈਂ ਇਸ ਤਰ੍ਹਾਂ ਕੀਤਾ ਸੀ, ਮੇਰੀ ਇੱਛਾ ਪੂਰੀ ਹੋ ਗਈ। ਉਹ ਫਿਰ ਹੋਰ ਇੱਛਾਵਾਂ ਧਾਰਦਾ, ਫਿਰ ਉਸ ਤਰ੍ਹਾਂ ਨਹੀਂ ਹੁੰਦੀਆਂ ਪੂਰੀਆਂ, ਫਿਰ ਮਨ ਪੀੜਤ ਹੋ ਜਾਂਦਾ, ਦੁਖੀ ਹੋ ਜਾਂਦਾ, ਫਿਰ ਕਈ ਤਰ੍ਹਾਂ ਦੀਆਂ ਹੋਰ ਉਪਚਾਰ ਕਰਦਾ ਕਿ ਇਸ ਤਰੀਕੇ ਨਾਲ ਹੋ ਜਾਵੇ ਇੱਛਾ ਪੂਰੀ, ਇਸ ਤਰੀਕੇ ਨਾਲ ਇੱਛਾ ਪੂਰੀ। ਦਸ ਵਸਤੂ ਲੈ ਪਾਛੇ ਪਾਵੈ, ਏਕ ਵਸਤ ਕਾਰਨ ਵੀ ਖੋਟ ਗਵਾਵੈ ਵਾਲੀ ਮੱਤ ਧਾਰਨ ਕਰ ਲੈਂਦਾ। ਸੋ ਸੁਣਿਆ, ਮਨ ਸੁਣਦਾ ਜ਼ਰੂਰ ਹੈ, ਕਈ ਵਾਰੀ ਮੰਨ ਵੀ ਲੈਂਦਾ, ਪਰ ਮਨ ਦਾ ਮਾਇਆ 'ਚ ਹੀ ਹੈ, ਮਾਇਆ ਬਾਰੇ ਹੀ ਸੁਣਦਾ। ਜੋ ਕੁਛ ਵੀ ਇਹ ਬ੍ਰਹਮ ਬਾਰੇ ਵੀ ਸੁਣਦਾ, ਉਹ ਵੀ ਇਹਨੂੰ ਇੰਝ ਹੀ ਲੱਗਦਾ ਵੀ ਇਹ ਬ੍ਰਹਮ ਵੀ ਮਾਇਆ ਦਾ ਹੀ ਇੱਕ ਹਿੱਸਾ ਹੈ। ਇਸੇ ਕਰਕੇ ਮਨ ਦੇ ਅੰਦਰ ਮਾਇਆ ਦੀ ਜਿਹੜੀ ਇੱਛਾ ਹੈ ਉਹ ਪ੍ਰਬਲ ਰਹਿੰਦੀ ਹੈ। ਇਸੇ ਕਰਕੇ ਮਨ ਇਹ ਵੀ ਗੱਲ ਕਹਿੰਦਾ ਵੀ ਅਸੀਂ ਵੀ ਤਾਂ ਸ਼ਰਧਾ ਨਾਲ ਹੀ ਸਭ ਕੁਛ ਕਰਦੇ ਹਾਂ, ਪ੍ਰੇਮ ਹੈ ਸਾਡੇ ਅੰਦਰ ਵੀ, ਸਾਡੇ ਅੰਦਰ ਵੀ ਭਾਵਨਾ ਹੈ, ਅਸੀਂ ਵੀ ਗੁਰਬਾਣੀ ਸੁਣਦੇ ਹਾਂ, ਅਸੀਂ ਵੀ ਗੁਰਬਾਣੀ ਨੂੰ ਮੰਨਦੇ ਹਾਂ। ਕੀ ਅਸੀਂ ਹੁਣ ਬਗੈਰ ਭਾਵਨਾ ਤੋਂ ਹੀ ਮੰਨਦੇ ਹਾਂ? ਕਿ ਬਗੈਰ ਸ਼ਰਧਾ ਤੋਂ ਹੀ ਅਸੀਂ ਗੁਰਬਾਣੀ ਨੂੰ ਮੰਨਦੇ ਹਾਂ? ਪਾਤਸ਼ਾਹ ਕਹਿੰਦੇ ਵੀ ਠੀਕ ਹੈ,
ਪਰ ਜੇ ਤੁਸੀਂ ਸ਼ੁੱਧ ਭਾਵਨਾ ਨਾਲ ਚੱਲਦੇ ਹੋ ਤਾਂ ਫਿਰ ਜਿਹੜਾ ਅਗਲਾ ਬਚਨ ਹੈ ਉਹ ਵੀ ਤੁਹਾਨੂੰ ਮੰਨਣਾ ਪਏਗਾ। ਅੰਤਰਗਤ ਤੀਰਥ ਮਲ ਨਾ। ਪਾਤਸ਼ਾਹ ਨੇ ਹੁਣ ਨਿਸ਼ਾਨੀ ਦੱਸੀ ਹੈ ਵੀ ਜਿਹੜੀ ਜੀਵ ਨੇ ਸੁਣਿਆ ਨਾਮ ਬਾਰੇ, ਹੁਕਮ ਬਾਰੇ, ਉਹਨੇ ਉਸ ਗੱਲ ਨੂੰ ਮੰਨਿਆ ਵੀ ਹੈ ਤੇ ਮੰਨ ਕੇ ਮਨ ਦੇ ਅੰਦਰ ਕੀਤਾ ਭਾਵ ਇਹ ਗੱਲ ਦਾ ਭਰੋਸਾ ਵੀ ਪੈਦਾ ਕੀਤਾ ਕਿ ਜਿਹੜਾ ਨਾਮ ਹੈ ਇਹ ਕੀ ਹੈ। ਪਹਿਲਾਂ ਉਹਦੇ ਬਾਰੇ ਸੁਣੇ ਕਿ ਨਾਮ ਕੀ ਹੁੰਦਾ, ਫਿਰ ਉਹਨੇ ਆਪਣੇ ਮਨ ਨੂੰ ਮਨਾਇਆ ਵੀ ਹੈ ਵੀ ਵਾਕਈ ਨਾਮ ਇਹ ਹੈ। ਜਦੋਂ ਉਹਨੇ ਮਨਾਇਆ, ਜਦੋਂ ਅਸੀਂ ਆਪਣੇ ਮਨ ਨੂੰ ਮਨਾਉਂਦੇ ਹਾਂ ਤਾਂ ਸਾਨੂੰ ਕੁਛ ਨਾ ਕੁਛ ਪ੍ਰਾਪਤ ਵੀ ਹੁੰਦਾ ਹੈ। ਜੇ ਅਸੀਂ ਮਾਇਆ ਦੇ ਵਿੱਚ ਵੀ ਮਨ ਨੂੰ ਮਨਾ ਕੇ ਕਰਵਾਉਂਦੇ ਹਾਂ ਕੰਮ, ਤਾਂ ਸਾਨੂੰ ਮਾਇਆ ਚੋਂ ਵੀ ਕੁਛ ਮਿਲਦਾ ਹੈ। ਇਸੇ ਤਰ੍ਹਾਂ ਹੀ ਪਰਮਾਰਥ ਦੇ ਅੰਦਰ ਹੈ, ਜਦੋਂ ਮਨ ਮੰਨ ਜਾਂਦਾ ਤਾਂ ਇਹਨੂੰ ਪਰਮਾਰਥ ਚੋਂ ਵੀ ਕੁਛ ਮਿਲਦਾ। ਜੇ ਪਰਮਾਰਥ ਚੋਂ ਕੁਝ ਨਹੀਂ ਮਿਲ ਰਿਹਾ ਤਾਂ ਮਨ ਮੰਨਿਆ ਨਹੀਂ। ਅੰਤਰਗਤ ਤੀਰਥ ਮਲ ਨਾ। ਇਹ ਨਿਸ਼ਾਨੀ ਹੈ ਕਿ ਜਿਨ੍ਹਾਂ ਨੇ ਸੁਣਿਆ ਤੇ ਮੰਨਿਆ ਤੇ ਮੰਨ ਕੇ ਭਰੋਸਾ ਕੀਤਾ ਵੀ ਉਹਨਾਂ ਦੀ ਗੱਲ ਹੈ, ਪਾਤਸ਼ਾਹ ਕਹਿੰਦੇ। ਨਹੀਂ ਤਾਂ ਸੁਣਨ ਵਾਲੇ ਬਹੁਤ ਨੇ, ਮੰਨਣ ਵਾਲੇ ਬਥੇਰੇ ਨੇ, ਸ਼ਰਧਾ ਭਾਵਨਾ ਵਾਲੇ ਵੀ ਬਥੇਰੇ ਨੇ, ਪਰ ਜਿਹੜਾ ਅਗਲਾ ਬਚਨ ਹੈ ਇਹਦੀ ਕਮਾਈ ਬਹੁਤ ਘੱਟ ਹੈ, ਇਹ ਬਿਰਲੇ ਨੇ। ਸੋ ਸਦਾ ਲਈ ਇੱਕ ਭਰੋਸਾ ਵੱਜਿਆ ਰਹੇ, ਆਤਮਾ ਪ੍ਰਾਤਮਾ ਸਦਾ ਲਈ ਇੱਕ ਹੋ ਜਾਣ, ਫਿਰ ਜਿਹੜਾ ਅੰਤਰਗਤ ਹੈ, ਤੀਰਥ ਹੈ ਜਿਹੜਾ, ਉਹਦੀ ਪ੍ਰਾਪਤੀ ਹੁੰਦੀ। ਅੰਤਰਗਤੀ ਕੀ ਹੁੰਦੀ? ਮਨ ਹੈ ਜਿਹੜਾ, ਉਹ ਆਪਣੀ ਗਤੀ ਬਾਹਰ ਕਰਨ ਦੀ ਬਜਾਏ, ਬਾਹਰ ਮਾਇਆ ਨਾਲ ਜੁੜਨ ਦੀ ਬਜਾਏ, ਮਾਇਆ ਦੀ ਇੱਛਾ ਕਰਨ ਦੀ ਬਜਾਏ, ਉਹ ਸਵੈਮ ਆਪਣੀ ਇੱਛਾ ਕਰਨ ਲੱਗ ਜਾਂਦਾ ਹੈ ਕਿ ਮੈਂ ਕੌਣ ਹਾਂ, ਮੇਰਾ ਮੂਲ ਕੀ ਹੈ, ਮੇਰਾ ਅਸਲਾ ਕੀ ਹੈ, ਕਿਹੜੀ ਚੀਜ਼ ਮੇਰਾ ਜੀਵਨ ਹੈ। ਅੰਤਰਗਤੀ, ਉਹ ਆਪਣੇ ਅੰਦਰ ਬਾਰੇ ਸੋਚਣ ਲੱਗ ਜਾਂਦਾ ਹੈ। ਜਦੋਂ ਹਿਰਦੇ 'ਚੋਂ ਸੋਚਦਾ ਤਾਂ ਤੀਰਥ, ਜਿਹੜੀ ਫਿਰ ਉਹਦੀ ਅਕਲ ਹੈ, ਉਹਦੀ ਬੁੱਧੀ ਹੈ, ਉਹ ਉਸ ਸ਼ਬਦ 'ਤੇ ਅਸਵਾਰੀ ਕਰਨ ਲੱਗ ਜਾਂਦੀ ਹੈ। ਭਾਵ ਕਿ ਫਿਰ ਉਹਨੂੰ ਪਤਾ ਲੱਗਣ ਲੱਗ ਜਾਂਦਾ ਕਿ ਮੈਂ ਹੈ ਕੌਣ। ਉਹਨੂੰ ਆਪਣੇ ਆਪੇ ਦਾ ਪਤਾ ਲੱਗਣ ਲੱਗ ਜਾਂਦਾ ਹੈ। ਆਪ ਸਵਾਰੈ, ਉਹ ਫਿਰ ਆਪਣੇ ਆਪ ਨੂੰ ਸਵਾਰਨ ਲੱਗ ਜਾਂਦਾ ਵੀ ਮੈਂ ਤਾਂ ਆਹ ਚੀਜ਼ ਹੈ। ਉਹ ਤਿੱਥਾ ਘੜੀ ਹੈ, ਸੁਰਤ ਮਤ ਮਨ ਬੁੱਧ, ਉਹਨਾਂ ਨੂੰ ਘੜਨ ਲੱਗ ਜਾਂਦਾ ਵੀ ਇਹਨਾਂ 'ਚ ਤਾਂ ਕਮੀ ਹੈ। ਉਹ ਆਪਣੀ ਕਮੀ ਨੂੰ ਦੂਰ ਕਰਨੀ ਸ਼ੁਰੂ ਕਰ ਦਿੰਦਾ, ਆਪਣੇ ਔਗਣਾਂ ਨੂੰ ਦੂਰ ਕਰਨਾ ਸ਼ੁਰੂ ਕਰ ਦਿੰਦਾ, ਆਪਣੀ ਅਗਿਆਨਤਾ ਨੂੰ ਦੂਰ ਕਰਨਾ ਸ਼ੁਰੂ ਕਰ ਦਿੰਦਾ, ਆਪਣੇ ਭਰਮ ਨੂੰ ਦੂਰ ਕਰਦਾ। ਇਹ ਹੈ ਅੰਤਰਗਤ ਤੀਰਥ ਮਲ ਨਾਓ। ਉੱਥੇ ਜਾ ਕੇ ਜਿਹੜੀ ਮੈਲ ਹੈ, ਆ ਜਿਹੜੇ ਇੱਛਾਵਾਂ ਜੁੜੀਆਂ ਨੇ, ਇੱਛਾਵਾਂ ਦਾ ਸਰੀਰ ਹੈ, ਮਨ ਜਿਹੜਾ ਬਣਿਆ ਹੋਇਆ ਇੱਛਾਵਾਂ ਦਾ ਸਰੀਰ, ਇਹਨੂੰ ਛੱਡਦਾ ਤੇ ਮਨ ਕੀ ਕਰਨ ਲੱਗ ਗਿਆ? ਮਨ ਜਦੋਂ ਆ ਬਾਹਰ ਜਿਹੜਾ ਕੱਪੜਾ ਪਾਇਆ ਇਹਨੂੰ ਸਰੀਰ ਮੰਨ ਲੈਂਦਾ, ਜਦ ਕਿ ਮਨ ਖੁਦ ਸਰੀਰ ਹੈ। ਉਹਨੇ ਜੋ ਬਾਹਰ ਸੰਸਾਰ ਦੇ ਵਿੱਚ ਧਰਮ ਪ੍ਰਚਲਿਤ ਹੈ, ਹੁਣ ਉਹ ਸੁਣਿਆ, ਉਹਨੂੰ ਸੁਣ ਕੇ ਉਹਨੂੰ ਹੀ ਮੰਨਦਾ ਉਹ, ਤੇ ਮੰਨ ਕੇ ਉਹਦੇ 'ਤੇ ਭਰੋਸਾ ਕਰਦਾ ਵੀ ਜੋ ਕੁਛ ਮੈਂ ਕੰਨਾਂ ਨਾਲ ਸੁਣਿਆ ਹੈ ਜਾਂ ਅੱਖਾਂ ਨਾਲ ਮੈਂ ਦੇਖਦਾ ਹਾਂ ਇਹ ਸੱਚ ਹੈ, ਤੇ ਜੋ ਮੈਂ ਪੜ੍ਹਦਾ ਇਹ ਸੱਚ ਹੈ। ਇਹਦੇ 'ਤੇ ਭਰੋਸਾ ਕਰਕੇ ਉਹ ਮਨ ਵਿੱਚ ਇਹ ਗੱਲ ਪੱਕੀ ਧਾਰਨ ਕਰ ਲੈਂਦਾ ਵੀ ਇਹੀ ਸਹੀ ਹੈ। ਜਿਵੇਂ ਪਾਤਸ਼ਾਹ ਕਹਿੰਦੇ ਹੈ, ਮਨ ਧੋਵੋ ਸ਼ਬਦ ਲਾਗੋ
ਹਰ ਸਿਉ ਰਹੇ ਚਿਤ ਲਾਏ। ਹੁਣ ਇੱਥੇ ਉਪਦੇਸ਼ ਤਾਂ ਦਿੱਤਾ ਮਨ ਨੂੰ ਧੋਣ ਵਾਸਤੇ। ਮਨ ਕੀ ਕਰਦਾ ਹੈ, ਉਸ ਉਪਦੇਸ਼ ਨੂੰ ਮੰਨਣ ਦੀ ਬਜਾਏ ਉਲਟ ਕਰ ਲੈਂਦਾ, ਆਪਣੇ ਆਪ ਨੂੰ ਧੋਣ ਦੀ ਬਜਾਏ ਉਹ ਸਰੀਰ ਨੂੰ ਧੋਣ ਲੱਗ ਜਾਂਦਾ। ਕਿਉਂਕਿ ਉਹਨੇ ਹੁਣ ਮਨ ਦਾ ਵੀ ਕੋਈ ਕਸੂਰ ਨਹੀਂ, ਉਹਨੇ ਬਾਹਰੋਂ ਸੁਣਿਆ ਹੋਇਆ ਵੀ ਫਲਾਨੇ ਤੀਰਥ ਤੇ ਜਾ ਕੇ ਨਹਾਉਣ ਨਾਲ ਐਂ ਹੋ ਜਾਂਦਾ, ਫਲਾਨੇ ਤੀਰਥ ਤੇ ਜਾ ਕੇ ਇਸ਼ਨਾਨ ਕਰਨ ਨਾਲ ਪਾਪ ਕੱਟੇ ਜਾਂਦੇ, ਫਲਾਨੇ ਤੀਰਥ ਤੇ ਜਾ ਕੇ ਇਸ਼ਨਾਨ ਕਰਨ ਨਾਲ ਆਹ ਵਰ ਪ੍ਰਾਪਤ ਹੈ, ਆਹ ਸੁੱਖ ਪੂਰੀ ਹੋ ਜਾਂਦੀ ਹੈ, ਉੱਥੇ ਜਾ ਕੇ ਨਹਾਉਣ ਨਾਲ ਆਹ ਸੁੱਖ ਪੂਰੀ ਹੋ ਜਾਂਦੀ ਹੈ। ਉਹ ਵੀ ਸੱਚ ਹੈ, ਕਿਉਂਕਿ ਉਹਨੇ ਉਹ ਸੁਣਿਆ ਹੀ ਉਹੀ ਹੋਇਆ ਤੇ ਮੰਨਿਆ ਵੀ ਉਹਨੂੰ ਹੀ ਹੈ। ਫਿਰ ਉਹਨਾਂ ਬਾਰੇ ਕਥਾ ਕਹਾਣੀਆਂ ਵੀ ਉਹ ਸੁਣਦਾ ਕਿ ਫਲਾਣੇ ਨਾਲ ਇਸ ਤਰ੍ਹਾਂ ਹੋਇਆ ਸੀ, ਧਿਮਕੇ ਨਾਲ ਇਸ ਤਰ੍ਹਾਂ ਹੋਇਆ ਸੀ। ਉਹਨਾਂ ਦਾ ਸੁਣ ਸੁਣਾ ਕੇ ਉਹ ਆਪ ਵੀ ਚਾਹੁੰਦਾ ਵੀ ਮੇਰੇ ਨਾਲ ਵੀ ਆਏ। ਉਹਦੇ ਨਾਲ ਫਿਰ ਜਦੋਂ ਹੁੰਦਾ ਨਹੀਂ, ਫਿਰ ਉਹ ਮਾਯੂਸ ਹੁੰਦਾ ਵੀ ਮੇਰੇ ਨਾਲ ਕਿਉਂ ਨਹੀਂ ਹੁੰਦਾ। ਫਿਰ ਉੱਥੋਂ ਦੇ ਧਾਰਮਿਕ ਆਗੂਆਂ ਨੂੰ ਪੁੱਛਦਾ ਵੀ ਮੇਰੇ ਨਾਲ ਕਿਉਂ ਨਹੀਂ ਹੁੰਦਾ। ਫਿਰ ਧਾਰਮਿਕ ਆਗੂ ਉਹਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੇ, ਜਿਹੜੇ ਸੰਸਾਰੀ ਧਾਰਮਿਕ ਹੈ, ਕਿ ਤੇਰੇ ਕਰਮ ਮਾੜੇ ਨੇ, ਤੇਰਾ ਪਾਪ ਬਹੁਤ ਵੱਡੇ ਮੂਹਰੇ ਖੜੇ ਹੈ, ਇਹ ਨਹੀਂ ਇਸ ਤਰ੍ਹਾਂ ਕਰਨ ਦਿੰਦੇ। ਹੁਣ ਧੋਣੇ ਤਾਂ ਪਾਪ ਉਹਨੇ ਪਾਣੀ ਦੇ ਵਿੱਚ ਜਾ ਕੇ ਸੀ, ਤੇ ਉੱਥੇ ਪਾਪ ਕਿਵੇਂ ਆ ਗਿਆ। ਅਸਲੀਅਤ ਨਹੀਂ ਦੱਸਣੀ, ਨਾਲੇ ਧੋਤਾ ਪਾਪ ਨਹੀਂ ਜਾਂਦਾ, ਧੋਤੀ ਮੱਤ ਜਾਂਦੀ ਹੈ। ਤਾਂ ਪਾਤਸ਼ਾਹ ਨੇ ਲਿਖਿਆ ਮਨ ਧੋਵੋ, ਧੋਣਾ ਤਾਂ ਮਨ ਨੂੰ ਹੈ। ਇਹ ਕਹਿੰਦੇ ਫਲਾਨੇ ਥਾਂ ਤੇ ਇਸ਼ਨਾਨ ਕਰੋ, ਪਾਪ ਧੋਤੇ ਜਾਂਦੇ। ਉਹ ਪਾਪ ਥੋੜੋ ਧੋ ਹੋਣੇ ਆ। ਤੇ ਜੇ ਹੁਣ ਕੋਈ ਬੰਦਾ ਜਾ ਕੇ ਕਹੇ ਵੀ ਫਲਾਨੇ ਪਾਣੀ 'ਚ ਨਹਾ ਕੇ ਮੈਲ ਧੋਤੀ ਜਾਂਦੀ ਹੈ, ਉਹ ਭਾਈ ਮੈਲ ਨਹੀਂ ਧੋਤੀ ਜਾਂਦੀ, ਮੈਲ ਤਾਂ ਲੈਂਦੀ ਹੈ। ਧੋਤਾ ਸਰੀਰ ਹੀ ਜਾਂਦਾ, ਜਿਹਨੂੰ ਅਸੀਂ ਸਰੀਰ ਮੰਨਦੇ ਹਾਂ ਬਾਹਰਲਾ। ਭਾਸ਼ਾ ਸਹੀ ਨਹੀਂ ਹੈ, ਗੁਰਮਤ ਵਾਲੀ ਨਹੀਂ ਹੈ। ਹੁਣ ਗੁਰਮਤ ਵਾਲੀ ਭਾਸ਼ਾ ਤਾਂ ਬਣੂਗੀ ਜੇ ਅਸੀਂ ਗੁਰਬਾਣੀ ਤੋਂ ਕੁਝ ਸਿੱਖਿਆ ਹੋਊਗਾ। ਅਸੀਂ ਤਾਂ ਆਲੇ ਦੁਆਲੇ ਸਿੱਖਿਆ ਹੋਇਆ, ਗੁਰਬਾਣੀ ਅੱਗੇ ਰੱਖੀ ਹੋਈ ਹੈ ਕਿ ਕੋਈ ਸਾਡੇ ਅੱਗੇ ਬੋਲੇ ਨਾ, ਕੋਈ ਸਾਡੇ ਤੇ ਉਂਗਲੀ ਨਾ ਚੱਕੇ। ਅਸੀਂ ਕਹਾਂਗੇ ਦੇਖੋ ਜੀ, ਅਸੀਂ ਵੀ ਤਾਂ ਗੁਰਬਾਣੀ ਦੀ ਉਹੀ ਗੱਲ ਕਰਦੇ ਹਾਂ, ਅਸੀਂ ਤਾਂ ਕਿੰਨਾ ਸਤਿਕਾਰ ਕਰਦੇ ਹਾਂ। ਬਣਾਇਆ ਸਿਸਟਮ ਇਹੋ ਜਿਹਾ ਹੋਇਆ। ਪਾਤਸ਼ਾਹ ਕਹਿੰਦੇ ਮਨ ਧੋਵੋ ਸ਼ਬਦ ਦੀ ਲਾਗੋ। ਕਹਿੰਦੇ ਪਹਿਲਾਂ ਮਨ ਧੋ ਹੋਣਾ। ਹੁਣ ਮਨ ਕਿਵੇਂ ਧੋਤਾ ਜਾਊ? ਸ਼ਬਦ ਦੀ ਲਾਗੋ। ਫਿਰ ਦੱਸਦੇ ਆ ਮਹਾਰਾਜ ਗੁਰੂ ਸਾਹਿਬ, ਕਹਿੰਦੇ ਸ਼ਬਦ ਦੀ ਲਾਗੋ। ਕਿਵੇਂ ਧੋ ਹੁੰਦਾ ਮਨ? ਸ਼ਬਦ ਹੀ। ਆਹ ਜਿਹੜੀ ਗੁਰਬਾਣੀ ਹੈ ਸਾਡੇ ਕੋਲ, ਜਿਹੜਾ ਸਾਡੇ ਕੋਲ ਉਪਦੇਸ਼ ਹੈ, ਇਹਦੇ ਨਾਲ ਧੋ ਹੋਣਾ। ਉਸ ਤੋਂ ਬਾਅਦ ਹਰ ਸਿਉ ਰਹੋ ਚਿੱਤ ਲਾਏ। ਫੇਰ ਹਰ ਦੇ ਨਾਲ ਚਿੱਤ ਜੁੜਨਾ, ਭਾਵ ਕਿ ਚਿੱਤ ਦੇ ਅੰਦਰ ਹਰ ਦੀ ਸੋਝੀ ਫੇਰ ਆਉਣੀ ਹੈ। ਕਿਉਂਕਿ ਚਿੱਤ ਹੀ ਤਾਂ ਹਰ ਹੈ, ਮਨ ਹੀ ਤਾਂ ਸ਼ੁੱਧ ਸਰੂਪ ਹੈ। ਮਨ ਬੁੱਧ ਚਿੱਤ ਕੋਈ ਵੱਖਰੇ ਨਹੀਂ ਹੈਗੇ, ਇਹ ਇੱਕ ਦੇ ਹੀ ਤਿੰਨ ਨਾਂ ਨੇ, ਇੱਕ ਦੇ ਹੀ ਤਿੰਨ ਹਿੱਸੇ ਨੇ। ਇੱਕ ਹੀ ਆਪਣੇ ਆਪ ਨੂੰ ਤਿੰਨ ਰੋਲ ਕਰਦਾ ਹੈ ਇੱਕੋ ਹੀ। ਜੋਤ ਇੱਕੋ ਹੀ ਹੈ, ਉਹ ਰੋਲ ਤਿੰਨ ਤਰ੍ਹਾਂ ਦਾ ਕਰਦੀ ਹੈ। ਕਿਤੇ ਮਨ ਦਾ ਰੋਲ ਬਣਾ ਕੇ ਕਰ ਲੈਂਦੀ ਹੈ, ਕਿਤੇ ਬੁੱਧੀ ਦਾ, ਕਿਤੇ ਚਿੱਤ ਦਾ। ਇਹੀ ਤੈਨੂੰ ਭਰਮ ਹੈ। ਜਿਵੇਂ ਕੋਈ ਐਕਟਰ ਉਹ ਤਿੰਨ ਤਰ੍ਹਾਂ ਦਾ ਰੋਲ ਕਰੇ, ਪਿਓ ਦਾ ਵੀ ਕਰੇ, ਪਤੀ ਦਾ ਵੀ ਕਰੇ, ਪੁੱਤ ਦਾ ਵੀ ਕਰੇ। ਉਹ ਹੁਣ ਤਿੰਨ ਤਰ੍ਹਾਂ ਦੇ ਰੋਲ ਕਰਦਾ, ਪਰ ਉਹ ਤਿੰਨ ਤਰ੍ਹਾਂ ਦਾ ਉਹ ਆਪ ਹੈ ਨਹੀਂਗਾ, ਪਰ ਉਹ ਇੱਕ ਰੋਲ ਕਰ ਰਿਹਾ। ਇਸੇ ਤਰ੍ਹਾਂ ਆਤਮਾ ਇੱਕੋ ਹੀ ਹੈ, ਇਹ ਰੋਲ ਕਰਦੀ ਹੈ। ਇਹ ਰੋਲਾਂ ਦੇ ਵਿੱਚ ਖੁਦ ਫਸ ਗਈ। ਕਿਸੇ ਇਸਤਰੀ ਦਾ ਉਹ ਰੋਲ ਕਰਨ ਵਾਲਾ ਪਤੀ ਹੈ, ਉਹ ਹੁਣ ਕੁਝ ਸਮੇਂ ਲਈ ਪਤੀ ਹੈ। ਪਿਕਚਰ ਹੈ, ਪਿਕਚਰ ਦੇ ਵਿੱਚ ਇੱਕ ਹੀਰੋ ਹੈ, ਉਹ ਕਿਸੇ ਦਾ ਪਤੀ ਹੈ,
ਤੇ ਜੇ ਹੁਣ ਉਹਨੂੰ ਪਰਮਾਨੈਂਟਲੀ ਆਪਣੀ ਘਰ ਵਾਲੀ ਮੰਨ ਲਵੇ ਵੀ ਤੂੰ ਹੀ ਹੈ, ਉਹ ਸਿਰਫ ਜਿੰਨਾ ਚਿਰ ਉਹ ਰੋਲ ਕਰਦਾ ਉਨਾ ਚਿਰ ਤਾਂ ਹੈ, ਪਰ ਉਸ ਤੋਂ ਬਾਅਦ ਨਹੀਂ ਹੈ। ਅਸੀਂ ਕੀ ਕਰ ਲਿਆ ਇਸ ਸੰਸਾਰ 'ਚ ਆ ਕੇ, ਪਰਮਾਨੈਂਟ ਹੀ ਸਾਰਾ ਕੁਝ ਮੰਨ ਲਿਆ ਇੱਥੇ। ਅਸੀਂ ਵੀ ਕੁਝ ਸਮੇਂ ਲਈ ਰੋਲ ਕਰਨ ਵਾਸਤੇ ਆਏ, ਅਸੀਂ ਉਹ ਰੋਲ ਨੂੰ ਬਾਖੂਬੀ ਨਿਭਾਉਣਾ ਹੈ, ਪਰ ਸਾਨੂੰ ਅਸਲ ਪਤਾ ਹੋਣਾ ਚਾਹੀਦਾ ਵੀ ਮੈਂ ਅਸਲ 'ਚ ਹਾਂ ਕੌਣ। ਉਹ ਜਿਹੜਾ ਹੀਰੋ ਹੁੰਦਾ ਉਹਨੂੰ ਪਤਾ ਹੁੰਦਾ ਅਸਲ ਵਿੱਚ ਵੀ ਇਹ ਟੈਂਪਰੇਰੀ ਤੌਰ ਤੇ ਮੇਰੀ ਘਰ ਵਾਲੀ ਹੈ, ਟੈਂਪਰੇਰੀ ਤੌਰ ਤੇ ਮੇਰਾ ਇਹ ਮੁੰਡਾ ਹੈ, ਪਰ ਉਹਦੇ ਨਾਲ ਹਾਵ ਭਾਵ ਸਾਰੇ ਉਹਦੇ ਬਿਲਕੁਲ ਰਿਐਲਿਟੀ 'ਚ ਹੁੰਦੇ ਆ। ਪਰ ਉਹਨੂੰ ਅਸਲ ਵਿੱਚ ਪਤਾ ਹੁੰਦਾ ਵੀ ਮੈਂ ਅਸਲ 'ਚ ਪਤੀ ਕਿਹਦਾ ਤੇ ਪਿਓ ਕਿਹਦਾ। ਅਸੀਂ ਕੀ ਕਰ ਲਿਆ, ਇਸ ਭਾਵ ਸਾਗਰ 'ਚ ਆ ਕੇ ਇਹ ਸਾਰਾ ਕੁਝ ਹੀ ਭੁੱਲ ਲਿਆ, ਸਾਨੂੰ ਆਪਣਾ ਆਪਾ ਭੁੱਲਿਆ ਹੈ। ਤਾਂ ਹੀ ਅਸੀਂ ਸੰਸਾਰ ਦੇ ਵਿੱਚ ਜੁੜ ਗਏ, ਤਾਂ ਹੀ ਅਸੀਂ ਪੀੜਤ ਹਾਂ, ਤਾਂ ਹੀ ਅਸੀਂ ਦੁਖੀ ਹਾਂ, ਕਨਫਿਊਜ਼ ਹਾਂ ਕਿ ਹੈ ਕੀ ਚੀਜ਼, ਪਤਾ ਕੁਛ ਨਹੀਂ ਲੱਗਦਾ। ਪਤਾ ਤਾਂ ਲੱਗੂ ਜੇ ਪਤਾ ਚਾਹੁੰਦੇ ਹੋਈਏ ਕਰਨਾ। ਪਾਤਸ਼ਾਹ ਜੀ ਕਹਿੰਦੇ ਉਸ ਤੀਰਥ ਤੇ ਮਨ ਧੋ ਹੁੰਦਾ, ਬਾਹਰ ਤਾਂ ਸਿਰਫ ਸਰੀਰ ਤੋਂ ਹੁੰਦਾ, ਮਨ ਨਹੀਂ ਧੋਤਾ। ਗੁਰਬਾਣੀ ਨੇ ਦੋਨੇ ਫੈਸਲੇ ਦਿੱਤੇ ਆ, ਤਨ ਧੋਤੇ ਮਨ ਹੱਛਾ ਨਾ ਹੋਏ। ਹੁਣ ਇਹ ਸਿੱਧਾ ਬਚਨ ਹੈ, ਇੱਥੇ ਤਨ ਧੋਣ ਦੀ ਗੱਲ ਆ ਗਈ। ਹੁਣ ਅਸੀਂ ਬਾਹਰਲਾ ਸਰੀਰ ਕਿਤੇ ਲੈ ਕੇ ਜਾਂਦੇ ਹਾਂ, ਕਿਸੇ ਵੀ ਧਾਰਮਿਕ ਸਥਾਨ ਤੇ ਜੋ ਸੰਸਾਰੀ ਨੇ, ਉੱਥੇ ਜਾ ਕੇ ਸਾਡਾ ਬਾਹਰਲਾ ਸਰੀਰ ਧੋਤਾ ਜਾਂਦਾ ਹੈ, ਪਰ ਅਸੀਂ ਇਹ ਮੰਨਦੇ ਵੀ ਸਾਡਾ ਮਨ ਧੋਤਾ ਗਿਆ। ਫਿਰ ਅਸੀਂ ਉਸ ਗੱਲ ਨੂੰ ਬਦਲਦੇ ਹਾਂ, ਅਸੀਂ ਉਹ ਭਰਮ ਨੂੰ ਛੱਡਣਾ ਨਹੀਂ ਚਾਹੁੰਦੇ। ਦੇਖੋ ਜੀ, ਅਸੀਂ ਉੱਥੇ ਗਏ, ਉੱਥੇ ਵੀ ਤਾਂ ਗੁਰਬਾਣੀ ਪੜ੍ਹ ਹੁੰਦੀ ਹੈ। ਜੇ ਭਾਈ ਉੱਥੇ ਗੁਰਬਾਣੀ ਪੜ੍ਹ ਹੁੰਦੀ ਹੈ, ਗੁਰਬਾਣੀ ਤਾਂ ਫਿਰ ਤੁਸੀਂ ਘਰੇ ਵੀ ਪੜ੍ਹ ਸਕਦੇ ਹੋ। ਘਰੇ ਕਿਹੜਾ ਨਹੀਂ ਪੜ੍ਹਦੇ, ਘਰੇ ਕਿਹੜਾ ਨਹੀਂ ਇਸ਼ਨਾਨ ਕੀਤਾ ਜਾਂਦਾ, ਘਰੇ ਵੀ ਸਭ ਕੁਝ ਹੋ ਰਿਹਾ ਜਿਹੜਾ ਸੰਸਾਰੀ ਘਰ ਹੈ, ਉੱਥੇ ਵੀ ਉਹੀ ਗੁਰਬਾਣੀ ਹੈ, ਕਿਸੇ ਧਰਮ ਸਥਾਨ ਤੇ ਵੀ ਉਹੀ ਗੁਰਬਾਣੀ ਹੈ। ਇਹ ਬਹਾਨਾ ਸੱਚਖੰਡ 'ਚ ਨਹੀਂ ਚੱਲਣਾ, ਇੱਥੇ ਚੱਲ ਜੂ। ਸੱਚਖੰਡ ਦੀ ਦ੍ਰਿਸ਼ਟੀ ਤੋਂ ਸਾਰਾ ਕੁਝ ਇੱਕੋ ਜਿਹਾ ਹੀ ਹੈ। ਉਹ ਨਹੀਂ ਗਿਣਦੇ ਵੀ ਆਹ ਧਰਮ ਸਥਾਨ ਆ ਜਾਂ ਧਰਤੀ 'ਚ ਕੋਈ ਫਰਕ ਹੈ, ਉਸ ਧਰਤੀ 'ਚ ਫਰਕ ਹੈ। ਸਾਡੇ ਜ਼ਰੂਰ ਫਰਕ ਹੈ। ਦਰਗਾਹ ਵਾਲਿਆਂ ਨੇ ਤਾਂ ਆਤਮਾ ਦੇਖਣੀ, ਉਹ ਕਹਿੰਦੇ ਆਤਮਾ 'ਚ ਦਿਖਾ ਕੀ ਫਰਕ ਹੈ, ਆਤਮਾ 'ਚ ਕੀ ਚੇਂਜ ਹੋਇਆ। ਟੀਚਰ ਨੇ ਇਹ ਨਹੀਂ ਦੇਖਣਾ ਵੀ ਤੂੰ ਅੱਗੇ ਬੈਠ ਕੇ ਪੇਪਰ ਦਿੱਤਾ ਜਾਂ ਪਿੱਛੇ ਬੈਠ ਕੇ ਦਿੱਤਾ ਜਾਂ ਦੂਜੀ ਕਲਾਸ 'ਚ ਬੈਠ ਕੇ ਦਿੱਤਾ। ਉਹ ਕਹਿੰਦੇ ਸਾਨੂੰ ਤਾਂ ਇਹ ਚਾਹੀਦਾ ਵੀ ਤੂੰ ਪੇਪਰ 'ਚ ਭਾਈ ਲਿਖਿਆ ਕੀ ਹੋਇਆ। ਸਾਡੇ ਵੱਲੋਂ ਪੇਪਰ ਥੱਲੇ ਧਰਤੀ 'ਤੇ ਬੈਠ ਕੇ ਦੇ ਦੇ, ਸਾਡੇ ਵੱਲੋਂ ਪੇਪਰ ਅੱਗੇ ਬਹਿ ਕੇ ਦੇ ਲਾ, ਸਾਡੇ ਵੱਲੋਂ ਪਿੱਛੇ ਬੈਠ ਕੇ ਦੇ ਲਾ, ਅਸੀਂ ਪੇਪਰ ਦੇਖਣਾ ਤੇਰਾ। ਇਸੇ ਤਰ੍ਹਾਂ ਸੱਚਖੰਡ ਵਾਲੇ ਕਹਿੰਦੇ ਵੀ ਭਾਈ ਅਸੀਂ ਤਾਂ ਤੇਰੀ ਆਤਮਾ ਦੇਖਣੀ ਹੈ, ਸਾਨੂੰ ਨਹੀਂ ਪਤਾ ਵੀ ਤੂੰ ਕਿੱਥੇ ਜਾ ਕੇ ਕੀ ਕਰਨਾ, ਇਹ ਤੇਰੀ ਖੁਸ਼ੀ ਹੈ। ਅਸੀਂ ਤਾਂ ਤੈਨੂੰ ਹੁਕਮ 'ਚ ਰਹਿਣ ਬਾਰੇ ਗੱਲ ਕਹੀ ਆ, ਸਾਨੂੰ ਤਾਂ ਹੁਕਮ ਬਾਰੇ ਦੱਸ ਦੇ। ਜੇ ਤੂੰ ਹੁਕਮ ਚੱਲਿਆ ਤਾਂ ਵੀ ਤੇਰੇ ਸਾਹਮਣੇ, ਨਹੀਂ ਚੱਲਿਆ ਤਾਂ ਵੀ ਤੇਰੇ ਸਾਹਮਣੇ। ਇਹਦੇ ਵਿੱਚ ਤਾਂ ਕੋਈ ਦੋ ਰਾਮਾਂ ਹੀ ਨਹੀਂ ਹੈਗੀਆਂ। ਪਰ ਸਾਡੀ ਸੁਰਤ ਇੰਨੀ ਜ਼ਿਆਦਾ ਇੱਥੇ ਫਸ ਗਈ, ਇਹਨੂੰ ਨਿਕਲਣਾ ਬਹੁਤ ਔਖਾ ਹੈ। ਤਾਂ ਹੀ ਪਾਤਸ਼ਾਹ ਨੇ ਆਖਿਆ ਤਨ ਧੋਤੇ ਮਨ ਹੱਛਾ ਨਾ ਹੋ, ਕਿਉਂਕਿ ਉਸ ਵੇਲੇ ਵੀ ਪਾਤਸ਼ਾਹ ਦੇ ਇਹ ਸਿਚੁਏਸ਼ਨ ਚੱਲਦੀ ਸੀ, ਸਥਿਤੀ ਸੀ। ਉਹ ਵੀ ਲੋਕ ਇਹੀ ਕਹਿੰਦੇ ਸੀਗੇ ਵੀ ਇੱਥੇ ਜਾ ਕੇ ਨਹਾਉਣ ਦੇ ਨਾਲ ਐਂ ਹੋ ਜਾਂਦਾ। ਪਾਤਸ਼ਾਹ ਕਹਿੰਦੇ ਵੀ ਇਸ ਤਰ੍ਹਾਂ ਨਹੀਂ ਹੁੰਦਾ, ਇਹ ਤਾਂ ਬਾਹਰਲੇ ਸਰੀਰ ਦੀ ਸਫਾਈ ਹੈ, ਇਹ ਵੀ ਜ਼ਰੂਰੀ ਹੈ ਕਿ ਸਰੀਰ ਤੰਦਰੁਸਤ ਰਹੇ। ਪਰ ਜੇ ਤੁਸੀਂ ਸਰੀਰ ਨੂੰ ਤੰਦਰੁਸਤ ਕਰਨ ਲਈ ਇੰਨਾ ਕੁਛ ਕਰਦੇ ਹੋ, ਭਾਈ ਜਿਹੜਾ ਅਸਲੀ ਸਰੀਰ ਹੈ, ਜਿਹੜੀ ਆਤਮਾ ਹੈ, ਉਹਨੂੰ ਵੀ ਸ਼ੁੱਧ ਕਰਨ ਲਈ ਕੋਈ ਨਾ ਕੋਈ ਉਪਚਾਰ ਕਰੋ। ਉਹ ਵੀ ਕਿਸੇ ਦੇ ਅੱਗੇ ਪੇਸ਼ ਹੋਣੀ ਹੈ। ਜਿਵੇਂ ਬਾਹਰਲਾ ਸਰੀਰ ਅਸੀਂ ਸਜਾਉਂਦੇ ਹਾਂ ਕਿਸੇ ਦੇ ਅੱਗੇ ਪੇਸ਼ ਕਰਨ ਵਾਸਤੇ, ਅਗਲਾ ਸਾਡੇ ਤੇ ਪ੍ਰਸੰਨ ਹੋਵੇ, ਇਸੇ ਤਰ੍ਹਾਂ ਆਤਮਾ ਨੇ ਵੀ ਕਿਸੇ ਦੇ ਅੱਗੇ ਪੇਸ਼ ਹੋਣਾ। ਸੋ ਸ਼ਬਦ ਉਪਦੇਸ਼ ਦੇ ਨਾਲ ਹੀ ਮਨ ਨੂੰ ਵਿਚਾਰ ਵਿੱਚ ਲਾਇਆ ਹੋਇਆ ਹੈ, ਤੇ ਨਾਲ ਦੀ ਨਾਲ ਸ਼ਬਦ ਵਿਚਾਰ ਵਿੱਚੋਂ ਮਿਲਣ ਵਾਲੀ ਸੋਝੀ ਹੀ ਮੈਲ ਕੱਟਦੀ ਹੈ। ਗੁਰਬਾਣੀ ਪੜ੍ਹਨ ਨਾਲ ਮੈਲ ਨਹੀਂ ਕੱਟੀ ਜਾਂਦੀ, ਗੁਰਬਾਣੀ ਵਿਚਾਰ ਕੇ ਮੰਨਣ ਨਾਲ ਮੈਲ ਕੱਟ ਹੁੰਦੀ ਹੈ। ਜਿਵੇਂ ਸਾਬਣ ਨੂੰ ਦੇਖ ਕੇ, ਸਾਬਣ ਰੱਖ ਦਿਓ ਕੋਲ, ਕੱਪੜਾ ਰੱਖ ਦਿਓ, ਸਾਰੀ ਜ਼ਿੰਦਗੀ ਲੱਗੇ ਰਹੋ,
ਮੈਲ ਨਹੀਂ ਲੈਣੀ। ਕੱਪੜੇ ਦੇ ਉੱਪਰ ਚੱਕ ਕੇ ਸਾਬਣ ਰੱਖ ਦਿਓ ਤਾਂ ਵੀ ਮੈਲ ਨਹੀਂ ਲੈਣੀ। ਕੱਪੜਾ ਥੱਲੇ ਰੱਖ ਦਿਓ, ਉੱਤੇ ਸਾਬਣ ਦੀ ਟਿੱਕੀ ਰੱਖ ਦਿਓ, ਤੁਸੀਂ ਮੈਲ ਲਾ ਕੇ ਦਿਖਾਓ। ਇੱਧਰ ਨੂੰ ਇਹੋ ਜਿਹਾ ਕੁਝ ਨਹੀਂ ਹੁੰਦਾ, ਇੰਨਾ ਸਾਨੂੰ ਗਿਆਨ ਹੈ। ਪਰ ਪਰਮਾਰਥ ਵਾਲੇ ਪਾਸੇ ਜਦੋਂ ਸਾਡੇ ਨਾਲ ਫਿਰ ਕਹਿੰਦੇ ਨਹੀਂ ਜੀ ਐਂ ਹੋ ਜਾਂਦਾ। ਤੁਸੀਂ ਜੀ ਗੁਰਬਾਣੀ ਦਾ ਇੱਕ ਵਾਰੀ ਸ਼ਬਦ ਪੜ੍ਹੋ ਤਾਂ ਸਹੀ, ਸਾਰੇ ਪਾਪ ਕੱਟੇ ਜਾਂਦੇ ਆ। ਫਿਰ ਕੱਟ ਤਾਂ ਹੋਏ ਨਾ। ਹੇ ਮੇਰੇ ਮਨਾ ਤੇਰੇ ਤਾਂ ਨਹੀਂ ਕੱਟ ਹੋਏ, ਦੂਜਿਆਂ ਦਾ ਚੱਲ ਆਪਾਂ ਪਤਾ ਨਹੀਂ ਕਿਸ ਦਾ। ਤੈਨੂੰ ਤਾਂ 20-22 ਸਾਲ ਹੋ ਗਏ ਗੁਰਬਾਣੀ ਪੜ੍ਹਦੇ ਨੂੰ, ਤੂੰ ਦਿਖਾ ਵੀ ਤੇਰੇ ਪਾਪ ਕੱਟੇ ਗਏ। ਤੇਰੇ ਅੰਦਰ ਤਾਂ ਉਹੀ ਵਿਕਾਰ ਖੜੇ ਆ, ਉਹੀ ਵਾਸ਼ਨਾਵਾਂ ਨੇ। ਤੇਰੀ ਹਾਲਤ ਬਸ ਉਸੇ ਤਰ੍ਹਾਂ ਦੀ ਹੈ ਕਿ ਸਾਬਣ ਭਰੇ ਪਿਆ, ਤੂੰ ਭਰੇ। ਜਿੰਨਾ ਚਿਰ ਸਾਬਣ ਕੱਪੜੇ ਦੇ ਉੱਪਰ ਪਾਣੀ ਪਾਏ ਤੋਂ ਬਾਅਦ ਘਿਸਦਾ ਨਹੀਂ, ਉਨਾ ਚਿਰ ਗੱਲ ਨਹੀਂ। ਜਿੰਨਾ ਚਿਰ ਸੁਣਿਆ ਤੇ ਮੰਨਿਆ, ਮਨ ਕੀਤਾ ਭਾਉ ਤੋਂ ਬਾਅਦ ਅੰਤਰਗਤ ਤੀਰਥ ਮਲ ਨਾਉ ਨਹੀਂ ਕੀਤਾ, ਉਨਾ ਚਿਰ ਗੱਲ ਨਹੀਂ ਬਣੂਗੀ। ਮੈਲ ਕੱਟੀ ਉਦੋਂ ਹੋਣੀ ਹੈ ਜਦੋਂ ਤੀਰਥ, ਜਦੋਂ ਬੁੱਧੀ ਸ਼ਬਦ ਵਿਚਾਰ ਕਰੂਗੀ। ਰਥ ਹੁੰਦਾ ਸ਼ਬਦ, ਰਥ ਦੇ ਉੱਤੇ ਅਸਵਾਰੀ ਕਰਨੀ ਹੈ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਰਸਨਾ ਬੁੱਧੀ ਹੈ, ਰਸਨਾ ਦੇ ਉੱਤੇ ਹੈ ਹੁਕਮ। ਰਸਨਾ ਰਥ ਹੈ, ਰਥ ਦੇ ਉੱਤੇ ਅਸਵਾਰੀ ਕੋਈ ਕਰਦਾ, ਕੋਈ ਸ਼ਬਦ ਅਸਵਾਰੀ ਕਰੇ, ਹੁਕਮ ਅਸਵਾਰੀ ਕਰੇ। ਹੁਕਮ ਦੀ ਦੇਖ ਰੇਖ ਹੇਠ ਜਦੋਂ ਸੁਰਤ ਚੱਲਦੀ ਹੈ ਫੇਰ ਮੈਲ ਕੱਟ ਹੁੰਦੀ ਹੈ, ਉਹ ਨਜ਼ਰ ਨਹੀਂ ਘੱਟ ਹੁੰਦੀ। ਸੋ ਗੁਰਦੁਆਰਿਆਂ ਦੇ ਵਿੱਚ ਵੀ ਇਸ ਚੀਜ਼ ਦੀ ਵਿਚਾਰ ਹੋਣੀ ਚਾਹੀਦੀ ਹੈ ਕਿ ਭਾਈ ਮਨ ਦੀ ਮੈਲ ਕੱਟੋ। ਮੇਰਾ ਪੂਰਾ ਇਹ ਕਹਿਣਾ ਹੀ ਨਹੀਂ ਚਾਹੀਦਾ ਵੀ ਭਾਈ ਜੇ ਤੁਸੀਂ ਇੱਥੇ ਆਏ ਹੋ ਜੀ ਨਾਮ ਜਪੋ, ਬੰਦ ਕੇ ਛਕੋ, ਕਿਰਤ ਕਰੋ, ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਕਿ ਜੀ ਤੁਸੀਂ ਇਹ ਗੱਲ ਆਖੋ ਵੀ ਭਾਈ ਤੁਸੀਂ ਆਪਣੇ ਅੰਦਰ ਝਾਤੀ ਮਾਰੋ, ਤੁਹਾਨੂੰ ਕਿੰਨਾ ਚਿਰ ਹੋ ਗਿਆ ਗੁਰਬਾਣੀ ਪੜ੍ਹਦੇ। ਤੁਸੀਂ ਇਹ ਦੱਸੋ ਵੀ ਗੁਰਬਾਣੀ ਪੜ੍ਹਨ ਨਾਲ ਤੁਹਾਨੂੰ ਕੋਈ ਫਰਕ ਪਿਆ? ਜੇ ਨਹੀਂ ਪੈ ਰਿਹਾ ਤਾਂ ਭਾਈ ਆਪਾਂ ਬੈਠੀਏ ਵਿਚਾਰ ਕਰੀਏ ਵੀ ਕਿਉਂ ਨਹੀਂ ਪੈ ਰਿਹਾ। ਅਕਸਰ ਨੂੰ ਜੀਵਨ ਦਾ ਟਾਈਮ ਹੈ, ਜਿਹੜਾ ਸਮਾਂ ਹੈ ਉਹ ਬੜਾ ਲਿਮਟਿਡ ਹੈ, ਥੋੜ੍ਹਾ ਹੈ, ਕੋਈ ਪਤਾ ਨਹੀਂ ਕਦੋਂ ਸਵਾਸ ਛੁੱਟਣਾ। ਪੇਪਰ ਦਾ ਟਾਈਮ ਦੇਦਾ ਟੀਚਰ ਨੇ ਵੀ 25 ਮਿੰਟ, ਅੱਧਾ ਘੰਟਾ ਟਾਈਮ ਹੈ ਭਾਈ, ਅੱਧੇ ਘੰਟੇ 'ਚ ਪੇਪਰ ਕੰਪਲੀਟ ਕਰਨਾ। ਹੁਣ ਅੱਧੇ ਘੰਟੇ 'ਚ ਉਹਨੂੰ ਸਾਰੇ ਕੁਐਸਚਨ ਉਹਦੇ ਮੂਹਰੇ ਪਿਆ, ਸ਼ੀਟ ਪਈ ਆ, ਸਾਰਾ ਕੁਝ ਪਿਆ। ਹੁਣ ਉਹਦਾ ਫਰਜ਼ ਉਹਨੇ ਲਿਖਣਾ। ਜਦੋਂ ਅੱਧੇ ਘੰਟੇ ਤੋਂ ਉੱਤੇ ਟਾਈਮ ਹੋਊਗਾ ਉਹਨੇ ਜਦੋਂ ਸ਼ੀਟ ਚੱਕ ਲੈਣੀ ਹੈ। ਹੁਣ ਜਿਹੜਾ ਕੁਛ ਉਹ ਸ਼ੀਟ 'ਤੇ ਲਿਖਿਆ ਗਿਆ ਉਹਨਾਂ ਨੇ ਉਹਦੇ 'ਚੋਂ ਤੁਹਾਨੂੰ ਨੰਬਰ ਦੇਣੇ। ਭਾਵੇਂ ਤੁਸੀਂ ਬਾਅਦ 'ਚ ਬੈਠੇ ਸੋਚੀ ਚੱਲਿਓ ਘਰੇ ਜਾ ਕੇ ਵੀ ਮੇਰਾ ਆਹ ਵੀ ਸਵਾਲ ਰਹੇਗਾ, ਉਹਦਾ ਜਵਾਬ ਆਹ ਸੀ, ਮੈਨੂੰ ਪਤਾ। ਫਿਰ ਉਹਦੇ 'ਤੇ ਸਵਾਲ ਦਾ ਜਵਾਬ ਨਹੀਂ ਦੇ ਹੋਣਾ। ਫਿਰ ਤਾਂ ਜੋ ਲਿਖਿਆ ਗਿਆ, ਜੋ ਲਿਖਿਆ। ਤਾਂ ਹੀ ਪਾਤਸ਼ਾਹ ਕਹਿੰਦੇ ਵੀ ਹਿਰਦੇ ਹੀ ਲਿਖ ਲਿਖੋ। ਤੁਹਾਡੇ ਕੋਲ ਟਾਈਮ ਹੈ, ਗੁਰਬਾਣੀ ਤੁਹਾਡੇ ਕੋਲ ਹੈ, ਇਹਦੇ ਵਿੱਚ ਸਾਰੇ ਹੀ ਸਵਾਲ ਨੇ, ਸਾਰੇ ਹੀ ਜਵਾਬ ਨੇ ਜੋ ਦਰਗਾਹ ਦੇ ਵਿੱਚ ਪੁੱਛੇ ਜਾਣੇ। ਇੱਥੇ ਤਾਂ ਅਸੀਂ ਪੇਪਰ ਹੱਲ ਕਰਨਾ ਹੈ, ਪਹਿਲਾਂ ਅਸੀਂ ਪੜ੍ਹਾਈ ਕਰਨੀ ਹੈ ਕਿ ਸਵਾਲ ਕੀ ਨੇ, ਜਵਾਬ ਕੀ ਹੈ। ਸਾਰਾ ਸਾਲ ਅਸੀਂ ਪੜ੍ਹਾਈ ਉਹ ਕਰਦੇ ਹਾਂ। ਅਸੀਂ ਹਰ ਰੋਜ਼ ਜਿਹੜਾ ਅਸੀਂ ਨੇਮ ਕਰਦੇ ਹਾਂ, ਨੇਮ ਸਾਡਾ ਇਹ ਹੋਣਾ ਚਾਹੀਦਾ ਸੀ ਵੀ ਅੱਜ ਅਸੀਂ ਆਹ ਗੁਰਬਾਣੀ ਪੜ੍ਹੀ, ਇਹਦੇ 'ਚੋਂ ਆਹ ਸਵਾਲ ਨੇ, ਆਹ ਇਹਦੇ ਜਵਾਬ ਨੇ, ਮੈਂ ਇਹਨਾਂ ਜਵਾਬਾਂ ਦਾ ਸਹੀ, ਸਵਾਲਾਂ ਦਾ ਸਹੀ ਜਵਾਬ ਦੇਣਾ ਬਸ। ਪਰ ਸਾਡਾ ਕੀ ਹਾਲਤ ਬਣ ਗਈ, ਗੁਰਬਾਣੀ ਪੜ੍ਹਨੀ ਹੈ, ਇਹ ਨੇਮ ਪੂਰਾ ਕਰਨਾ ਹੈ, ਉਹ 'ਚ ਕੀ ਸਵਾਲ ਹੈ, ਕੀ ਜਵਾਬ ਹੈ, ਕੋਈ ਪਤਾ ਨਹੀਂ। ਵੱਧ ਤੋਂ ਵੱਧ ਅਰਦਾਸ ਕਰ ਦੇਣੀ ਹੈ ਵੀ ਸਾਨੂੰ ਆਹ ਸੁੱਖ ਮਿਲ ਜਾਵੇ, ਸਾਡੀ ਆਹ ਬੇਨਤੀ ਹੈ ਜੀ, ਆਹ ਕਿਰਪਾ ਹੋ ਜਾਵੇ। ਸਾਰੀ ਜ਼ਿੰਦਗੀ ਲੰਘ ਰਹੀ ਹੈ। ਸੋ ਇਹ ਵਿਚਾਰ ਹੋਣੀ ਜ਼ਰੂਰੀ ਹੈ। ਫਿਰ ਇਹਨਾਂ ਦੀ ਪਰਖ ਵੀ ਕਰਦੇ ਰਹਿਣਾ ਚਾਹੀਦਾ ਕਿ ਵਾਕਿਆ ਹੀ ਮਨਾ ਮੈਲ ਘੱਟ ਵੀ ਹੋ ਰਹੀ ਹੈ ਕਿ ਨਹੀਂ। ਜੇ ਨਹੀਂ ਘੱਟ ਹੋ ਰਹੀ ਤਾਂ ਕੀ ਕਾਰਨ ਹੈ।
ਕੋਈ ਕਾਰਨ ਵੀ ਜ਼ਰੂਰ ਲੱਭਣਾ ਹੈ ਕਿ ਮੈਲ ਲੈ ਕਿਉਂ ਨਹੀਂ ਰਹੀ। ਸੋ ਹੇ ਮੇਰੇ ਮਨਾ, ਗੁਰਬਾਣੀ ਤੈਨੂੰ ਫਰਮਾਨ ਕਰਦੀ ਹੈ, ਨਾਨਕ ਪਰਖੈ ਆਪ ਕੋ ਸੋਈ ਪੁਰਖ ਸੁਜਾਨ। ਆਪਣੇ ਆਪ ਨੂੰ ਪਰਖ, ਆਪਣੇ ਆਪ ਨੂੰ ਵਿਚਾਰ ਕਿ ਜੇ ਤੂੰ ਸੁਣਿਆ, ਤੂੰ ਕਹਿਣਾ ਵੀ ਮੈਂ ਸੁਣਦਾ, ਵੀ ਮੈਂ ਤਾਂ ਮੰਨਦਾ ਗੁਰਬਾਣੀ ਨੂੰ, ਮੈਂ ਤਾਂ ਗੁਰਬਾਣੀ ਤੋਂ ਬਿਨਾਂ ਕਿਸੇ ਨੂੰ ਮੰਨਦਾ ਹੀ ਨਹੀਂ। ਫਿਰ ਮਨ ਵਿੱਚ ਕੀਤਾ ਭਾਉ ਵੀ ਮੇਰੀ ਤਾਂ ਗੁਰਬਾਣੀ ਤੇ ਸ਼ਰਧਾ ਹੀ ਬਹੁਤ ਹੈ, ਮੇਰਾ ਤਾਂ ਭਰੋਸਾ ਹੀ ਬਹੁਤ ਹੈ ਗੁਰਬਾਣੀ ਦਾ। ਪਾਤਸ਼ਾਹ ਕਹਿੰਦੇ ਵੀ ਜੇ ਠੀਕ ਹੈ, ਪਰ ਨਾਲ ਆ ਵੀ ਦੇਖਣਾ ਵੀ ਅੰਤਰਗਤ ਤੀਰਥ ਮਲ ਨਾ ਹੋ, ਕਿ ਤੇਰੇ ਅੰਦਰੋਂ ਮੈਲ ਵੀ ਜਾ ਰਹੀ ਹੈ। ਜੇ ਤੇਰੇ ਕੋਲੋਂ ਮੈਲ ਨਹੀਂ ਜਾ ਰਹੀ ਤਾਂ ਇਹਦਾ ਮਤਲਬ ਸੁਣਿਆ, ਮੰਨਿਆ, ਮਨ ਕੀਤਾ ਭਾਉ ਕਿਸੇ ਹੋਰ ਚੀਜ਼ ਤੇ ਹੋਇਆ, ਉਹ ਤੇਰਾ ਭਰਮ ਹੈ। ਫਿਰ ਤੂੰ ਸਹੀ ਸੁਣ, ਸਹੀ ਮੰਨ, ਸਹੀ ਭਰੋਸਾ ਕਰ। ਉਹਦੀ ਨਿਸ਼ਾਨੀ ਦੱਸੀ ਆ ਪਾਤਸ਼ਾਹ ਨੇ ਵੀ ਜਿਨ੍ਹਾਂ ਨੇ ਸਹੀ ਸੁਣਿਆ, ਸਹੀ ਮੰਨਿਆ, ਮੰਨ ਕੇ ਸਹੀ ਪ੍ਰੇਮ ਕੀਤਾ, ਤਾਂ ਉਹਨਾਂ ਦੀ ਨਿਸ਼ਾਨੀ ਹੈ ਕਿ ਉਹਨਾਂ ਦੇ ਅੰਦਰ ਮੈਲ ਨਹੀਂ ਹੁੰਦੀ, ਉਹ ਕਿਸੇ ਦਾ ਬੁਰਾ ਨਹੀਂ ਕਰ ਸਕਦੇ, ਉਹਨਾਂ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਕੋਈ ਇੱਛਾ ਨਹੀਂ ਹੁੰਦੀ। ਕਿਰਿਆ ਜ਼ਰੂਰ ਹੁੰਦੀ ਹੈ, ਇੱਛਾ ਨਹੀਂ ਹੁੰਦੀ। ਸਾਡੇ ਅੰਦਰ ਕਿਰਿਆਵਾਂ ਵੀ ਨੇ, ਇੱਛਾਵਾਂ ਵੀ ਨੇ। ਅਸੀਂ ਇੱਛਾ ਵੀ ਕਰਦੇ ਹਾਂ, ਨਾਲ ਅਸੀਂ ਕਰਨਾ ਵੀ ਚਾਹੁੰਦੇ ਹਾਂ। ਗੁਰਮੁਖਾਂ ਦੇ ਅੰਦਰ ਵੀ ਹੁੰਦੀਆਂ ਨੇ ਇਹ ਚੀਜ਼ਾਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਗੁਰਮੁਖਾਂ ਦੇ ਅੰਦਰ ਵੀ ਹੁੰਦਾ, ਪਰ ਉਹਨਾਂ ਦੇ ਅੰਦਰ ਇੱਛਾ ਨਹੀਂ ਹੁੰਦੀ। ਭਾਣਾ ਹੁੰਦਾ, ਜੋ ਹੁਕਮ ਹੁੰਦਾ ਉਹੀ ਕਹਿੰਦਾ ਵੀ ਕਰੋ ਆਏ। ਉਹ ਪਰਮੇਸ਼ਰ ਦੇ ਭਾਣੇ 'ਚ ਕਹਿੰਦੇ ਆ, ਸਭ ਕੁਝ ਕਰਦੇ ਆ। ਉਹ ਕੀ ਨਹੀਂ ਕੀਤਾ ਗੁਰਮੁਖਾਂ ਨੇ, ਅੱਜ ਕੀ ਨਹੀਂ ਗੁਰਮੁਖ ਕਰਦਾ। ਪਰ ਹੋਵੇ ਗੁਰਮੁਖ, ਬਾਹਰਲੇ ਸਰੀਰ ਕਰਕੇ ਕੋਈ ਗੁਰਮੁਖ ਨਹੀਂ ਹੁੰਦਾ। ਅਸਲੀ ਜਿਹੜਾ ਸਰੀਰ ਹੈ, ਆਤਮਾ, ਉਹ ਗੁਰਮੁਖ ਹੋਣੀ ਚਾਹੀਦੀ ਹੈ। ਬਾਹਰਲਾ ਸਰੀਰ ਤਾਂ ਸਭ ਦਾ ਇੱਕੋ ਜਿਹਾ ਹੀ ਹੈ। ਅਸੀਂ ਤਾਂ ਹਰੇਕ ਨੂੰ ਹੀ ਗੁਰਮੁਖ ਕਹਿ ਦਿੰਦੇ ਹਾਂ, ਕਿਉਂਕਿ ਅਸੀਂ ਅਗਲੇ ਤੋਂ ਕੁਛ ਪ੍ਰਾਪਤ ਕਰਨਾ ਹੁੰਦਾ। ਪਰ ਸੱਚਖੰਡ ਵਾਲਿਆਂ ਨੇ ਕਿਸੇ ਤੋਂ ਕੁਛ ਨਹੀਂ ਲੈਣਾ, ਉਹ ਤਾਂ ਸੱਚ ਦੀ ਗੱਲ ਕਰਦੇ ਆ। ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਿਹੜੇ ਮੰਨਦੇ। ਹੇ ਮੇਰੇ ਮਨਾ, ਇਹ ਗੁਣ ਹੁਣ ਤੇਰੀ ਆਪਣੀ ਮਰਜ਼ੀ ਹੈ ਕਿ ਤੂੰ ਆਪਣੇ ਅੰਦਰ ਝਾਤੀ ਮਾਰ ਕਿ ਜੋ ਇਹ ਕੁਝ ਸੁਣਿਆ, ਮੰਨਿਆ, ਮੰਨ ਕੇ ਕੀਤਾ, ਭਾਉ ਕੀਤਾ, ਭਰੋਸਾ ਕੀਤਾ, ਤਾਂ ਤੇਰੇ ਅੰਦਰ ਜਿਹੜਾ ਹਿਰਦਾ ਉਹਦੇ ਵਿੱਚ ਮੈਲ ਨਹੀਂ ਹੋਣੀ। ਜੇ ਮੈਲ ਖਤਮ ਹੋ ਰਹੀ ਹੈ ਤਾਂ ਸ਼ੁਕਰ ਕਰ ਵੀ ਤੂੰ ਮੰਨਣ ਲੱਗ ਗਿਆ। ਜੇ ਮੈਲ ਜਮਾਂ ਹੀ ਖਤਮ ਹੋ ਗਈ ਤਾਂ ਨਿਸ਼ਾਨੀ ਹੈ ਕਿ ਸ਼ਬਦ ਗੁਰੂ ਪ੍ਰਗਟ ਹੋ ਜਾਣਾ। ਫਿਰ ਤੈਨੂੰ ਕਿਸੇ ਨੂੰ ਦੱਸਣ ਦੀ ਵੀ ਲੋੜ ਨਹੀਂ। ਫਿਰ ਹਰ ਕਾ ਭਗਤ ਪ੍ਰਗਟ ਮਹਿ ਸ਼ਬਦ। ਸੋ ਅੱਜ ਦੀ ਵਿਚਾਰ ਇੱਥੋਂ ਤੱਕ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ ਗਈ। ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।